विद्या विचारी तो परोपकारी। ਅੱਜ ਆਪਾਂ ਪੋਲਿਟੀ ਦੀ ਤੀਜੀ ਕਲਾਸ ਲੈ ਕੇ ਆਏ ਆ ਜੀ। ਪਹਿਲਾਂ ਆਪਾਂ ਦੋ ਸੈਸ਼ਨ ਲੈ ਲਏ ਸੀਗੇ ਪੋਲਿਟੀ ਦੇ, ਆਪਾਂ ਅੱਜ ਤੀਜਾ ਸੈਸ਼ਨ ਲੈ ਕੇ ਆਏ ਆ ਪੋਲਿਟੀ ਦਾ। ਦੂਜਾ ਸੈਸ਼ਨ ਦੇ ਵਿੱਚ ਕਾਫੀ ਵਧੀਆ ਸਾਨੂੰ ਕਮੈਂਟ ਦੇਖਣ ਨੂੰ ਮਿਲੇ, ਉਵੇਂ ਹੀ ਆਪਾਂ ਅੱਜ ਤੀਜਾ ਸੈਸ਼ਨ ਜਿਹੜਾ ਪੋਲਿਟੀ ਦਾ ਸ਼ੁਰੂ ਕਰਨ ਜਾ ਰਹੇ ਹਾਂ। ਪਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਨਸਟੀਟਿਊਸ਼ਨ ਦੀ ਕਾਪੀ ਦਿਖਾਉਣਾ ਚਾਹਾਂਗਾ। ਤੁਹਾਨੂੰ ਪਿਛਲੀ ਵਾਰੀ ਮੈਂ ਕਿਹਾ ਸੀਗਾ ਵੀ ਦਾ ਕਨਸਟੀਟਿਊਸ਼ਨ ਆਫ ਇੰਡੀਆ, ਉਹਦਾ ਮੈਂ ਤੁਹਾਨੂੰ ਕਾਪੀ ਦਿਖਾਵਾਂਗਾ ਕਿ ਸਾਡਾ ਕਨਸਟੀਟਿਊਸ਼ਨ ਦਿਖਦਾ ਕਿਵੇਂ ਦਾ ਹੈ। आ देखो साडा कॉन्स्टिट्यूशन इहो जिहा दिखदा जी, संविधान साडा इन्ना बड़ा सारा संविधान है, एक कॉपी है कॉन्स्टिट्यूशन दी। ठीक है जी, आपां शुरू करन जा रहे हैं पॉलिटी दी तीजी क्लास। तो पॉलिटी दी तीजी क्लास दे विच आपां की पढ़ांगे, आपां पढ़िया सीगा संविधान दे विच जो बढ़िया सीगा 395 लेख, यानी कि 395 आर्टिकल्स, 22 हिस्से, 22 पार्ट्स, 8 कार्यक्रम, 8 शेड्यूल सीगे। ठीक है, स्टार्टिंग दे विच इन्ने सीगे ते हुण किन्ने है 848, 25 ते 12 ये वध चुके सीगे। ठीक है जी, संशोधन हुंदे गए, अमेंडमेंट्स हुंदियां गईयां, सोध हुंदे गए, उहदे नाल ये वधदे गए। ठीक है जी, 395, 22 ते 8 ਆਪਾਂ ਅੱਜ ਕੀ ਪੜਾਂਗੇ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲੈ ਰਹੇ ਹਾਂ 8 ਕਾਰਜਕ੍ਰਮ ਜਾਂ 12 ਕਾਰਜਕ੍ਰਮ ਆਪਾਂ ਕਹਿ ਸਕਦੇ ਹਾਂ। ਹੁਣ 12 ਸਟਾਰਟਿੰਗ ਚ 8 ਸੀਗੇ, ਤਾਂ ਆਪਾਂ ਅੱਜ ਕਾਰਜਕ੍ਰਮ ਸ਼ਡਿਊਲ ਜਿਹਨੂੰ ਆਪਾਂ ਕਹਿੰਦੇ ਹਾਂ ਸ਼ਡਿਊਲ ਆਫ ਕਨਸਟੀਟਿਊਸ਼ਨਸ, ਸ਼ਡਿਊਲ ਆਫ ਕਨਸਟੀਟਿਊਸ਼ਨ ਨੂੰ ਆਪਾਂ ਪੜਨ ਜਾ ਰਹੇ ਹਾਂ। ਆਪਾਂ 12 ਸ਼ਡਿਊਲ ਪੜਾਂਗੇ ਅੱਜ। ਮੈਂ ਬਹੁਤ ਸੌਖੇ ਤਰੀਕੇ ਨਾਲ ਪੜਾਵਾਂਗਾ, ਤੁਹਾਨੂੰ ਸਮਝ ਆ ਜਾਊਗਾ ਇੱਕ ਵਾਰ ਦੇ ਵਿੱਚ। ਤਾਂ ਆਪਾਂ 12 ਸ਼ਡਿਊਲ ਪੜਨ ਜਾ ਰਹੇ ਹਾਂ ਅੱਜ। 12 ਸ਼ਡਿਊਲ ਦਾ ਪਹਿਲਾ ਸ਼ਡਿਊਲ ਦੀ ਆਪਾਂ ਗੱਲ ਕਰੀਏ, ਪਹਿਲਾ ਕਾਰਜਕ੍ਰਮ, ਪਹਿਲਾ ਸ਼ਡਿਊਲ। ਪਹਿਲੇ ਸ਼ਡਿਊਲ ਦੇ ਵਿੱਚ ਕੀ ਲਿਖਿਆ ਗਿਆ ਹੈ, ਰਾਜਾਂ ਅਤੇ ਯੂਨੀਅਨ ਟੈਰੀਟਰੀਜ਼ ਦੇ ਨਾਮ, ਜਿਵੇਂ ਆਪਣਾ ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ। ਠੀਕ ਹੈ ਨਾ ਜੀ, ਜਿੰਨੇ ਵੀ ਰਾਜ ਹੈ ਆਪਣੇ, ਕਿੰਨੇ ਰਾਜ ਹੈ ਪਹਿਲੀ ਗੱਲ ਤਾਂ ਇੰਡੀਆ ਦੇ ਵਿੱਚ 28 ਰਾਜ ਹੈ। ਕਈ ਬੱਚਿਆਂ ਨੂੰ ਲੱਗਦਾ 29 ਹੈ, ਨਹੀਂ ਜੀ 28 ਹੈ। ਜੰਮੂ ਕਸ਼ਮੀਰ ਨੂੰ ਪਿਛਲੇ ਕੁਝ ਟਾਈਮ ਤੋਂ ਪਹਿਲਾਂ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਸੀ। ਇਹਦੇ ਕਰਕੇ ਕਿੰਨੇ ਰਾਜ ਆਪਣੇ, ਕਿੰਨੇ ਸਟੇਟਾਂ ਆਪਣੀਆਂ 28 ਸਟੇਟਾਂ ਤੇ ਕਿੰਨੀਆਂ ਯੂਨੀਅਨ ਟੈਰੀਟਰੀਜ਼ ਹੈ 8। ਠੀਕ ਹੈ ਜੀ, 8 यूनियन टेरिटरीज हैं, 28 राज हैं ते 28 राज ਜਿਹੜੇ 28 ਸਟੇਟਾਂ ਹੈ ਤੇ 8 यूनियन टेरिटरीज ਦੇ ਨਾਮ ਜਿਹੜੇ ਹੈ ਉਹ ਪਹਿਲੇ ਕਾਰਜਕ੍ਰਮ ਦੇ ਵਿੱਚ ਲਿਖੇ ਗਏ ਹਨ। ਤੁਹਾਨੂੰ ਪੇਪਰ ਦੇ ਵਿੱਚ ਇਹ ਕੁਐਸਚਨ ਵੀ ਦੇ ਸਕਦਾ ਹੈ ਵੀ ਕਿੰਨੇ ਸਟੇਟਾਂ ਤੇ ਕਿੰਨੀਆਂ यूनियन टेरिटरीज ਹੈ ਅੱਜ ਦੇ ਟਾਈਮ ਦੇ ਵਿੱਚ। ਤੁਹਾਨੂੰ ਲੱਗੇਗਾ 29 ਸਟੇਟਾਂ, ਪਰ ਨਹੀਂ, ਪਿਛਲੇ ਸਾਲ ਜਦੋਂ ਸੋਧ ਹੋਇਆ ਸੀਗਾ ਤਾਂ 28 ਰਾਜ ਤੇ 8 यूनियन टेरिटरीज ਰਹਿ ਗਈਆਂ ਸੀਗੀਆਂ। ਇਹ ਆਪਾਂ ਯਾਦ ਰੱਖਣਾ ਹੈ, ਇਸ ਨੂੰ ਬਿਲਕੁਲ ਵੀ ਨਹੀਂ ਭੁੱਲਣਾ। ਠੀਕ ਹੈ ਜੀ, 28 ਰਾਜ ਤੇ 8 यूनियन ਟੈਰੀਟਰੀਜ਼, ਇਹਨੂੰ ਤੁਸੀਂ ਕਾਪੀ ਦੇ ਵਿੱਚ ਨੋਟ ਕਰ ਲਿਓ ਤੇ ਉਹਨਾਂ ਦੇ ਨਾਮ ਜਿਹੜੇ ਆ ਉਹ ਕਿਹੜੇ ਸ਼ਡਿਊਲ ਦੇ ਵਿੱਚ ਲਿਖੇ ਗਏ ਆ, ਕਿਹੜੇ ਕਾਰਜਕ੍ਰਮ ਦੇ ਵਿੱਚ ਲਿਖੇ ਗਏ ਆ। ਤਾਂ ਪਹਿਲੇ ਕਾਰਜਕ੍ਰਮ ਦੇ ਵਿੱਚ ਲਿਖੇ ਗਏ ਆ 28 ਸਟੇਟਾਂ ਤੇ 8 यूनियन ਟੈਰੀਟਰੀਜ਼ ਦੇ ਨਾਮ। ਦੂਜਾ ਕਾਰਜਕ੍ਰਮ ਪੜਨ ਜਾ ਰਹੇ ਆ ਜੀ, ਤਨਖਾਹਾਂ। ਤਨਖਾਹ ਮਿਲਦੀ ਆ, ਆਪਾਂ ਦੇਖਦੇ ਆ ਕੋਈ ਸਰਕਾਰੀ ਕਰਮਚਾਰੀ ਹੁੰਦਾ ਹੈ ਜਾਂ ਕੋਈ ਸਰਕਾਰੀ ਆਪਾਂ ਕਹੀਏ ਪ੍ਰਾਈਮ ਮਿਨਿਸਟਰ ਆਪਾਂ ਲੈਨੇ ਆ, ਉਹਨਾਂ ਨੂੰ ਤਨਖਾਹ ਮਿਲਦੀ ਹੋਣੀ। ਉਹ ਸਰਕਾਰ ਦੇ ਨੌਕਰ ਹੈ, ਆਪਾਂ ਕਹਿੰਦੇ ਆ ਸਰਕਾਰੀ ਨੌਕਰ ਹੈ। ਹਰ ਸਰਕਾਰੀ ਨੌਕਰ ਨੂੰ ਕੁਛ ਨਾ ਕੁਛ ਤਨਖਾਹ ਮਿਲਦੀ ਹੈ। ਉਹ ਜਿਹੜੀ ਤਨਖਾਹ ਹੁੰਦੀ ਹੈ, ਉਹ ਤਨਖਾਹ ਦਾ ਜਿਹੜਾ ਕੱਚਾ ਚਿੱਠਾ ਆਪਾਂ ਕਹਿੰਦੇ ਆ ਉਹ ਕਿੱਥੇ ਲਿਖਿਆ ਗਿਆ ਹੈ, ਦੂਜੇ ਕਾਰਜਕ੍ਰਮ ਦੇ ਵਿੱਚ, ਸੈਕੰਡ ਸ਼ਡਿਊਲ ਦੇ ਵਿੱਚ ਲਿਖਿਆ ਗਿਆ ਹੈ ਕਿੰਨੂੰ ਕਿੰਨੀ ਤਨਖਾਹ ਦੇਣੀ ਚਾਹੀਦੀ ਹੈ, ਕਿੰਨੀ ਮਿਲਣੀ ਚਾਹੀਦੀ ਹੈ। ਆਪਾਂ ਇੱਥੇ ਇਹ ਵੀ ਯਾਦ ਕਰਾਂਗੇ ਕਿ ਸਾਡੇ ਰਾਸ਼ਟਰਪਤੀ ਜੀ, ਜਿਹੜੇ ਸਾਡੇ ਰਾਸ਼ਟਰਪਤੀ ਜੀ ਹੁੰਦੇ ਹਨ ਜੀ, ਉਹਨਾਂ ਨੂੰ ਕਿੰਨੀ ਤਨਖਾਹ ਮਿਲਦੀ ਹੈ। ਸਾਡੇ ਰਾਸ਼ਟਰਪਤੀ ਜੀ ਨੂੰ ਕਿੰਨੀ ਤਨਖਾਹ ਮਿਲਦੀ ਹੈ। ਇੱਕ ਸਿੰਪਲ ਜਿਹਾ ਕੁਐਸਚਨ ਹੈ, ਪਰ ਆਪਾਂ ਨੂੰ ਫੇਰ ਵੀ ਨਹੀਂ ਆਉਂਦਾ ਹੁੰਦਾ। ਤਾਂ 6 ਲੱਖ ਰੁਪਇਆ, 6 ਲੱਖ ਰੁਪਇਆ ਤਨਖਾਹ ਜਿਹੜੀ ਹੈ ਉਹ ਰਾਸ਼ਟਰਪਤੀ ਜੀ ਨੂੰ ਮਿਲਦੀ ਹੁੰਦੀ ਹੈ। ਠੀਕ ਹੈ ਜੀ, ਰਾਸ਼ਟਰਪਤੀ ਜੀ ਨੂੰ ਕਿੰਨੀ ਤਨਖਾਹ ਮਿਲਦੀ ਹੈ, 6 ਲੱਖ ਰੁਪਇਆ। ਇਹਦਾ ਧਿਆਨ ਰੱਖਣਾ ਤੁਸੀਂ ਬਿਲਕੁਲ। ਤੇ ਪ੍ਰਧਾਨ ਮੰਤਰੀ ਜੀ ਨੂੰ ਕਿੰਨੀ ਤਨਖਾਹ ਮਿਲਦੀ ਹੈ। ਪ੍ਰਧਾਨ ਮੰਤਰੀ ਜੇ ਕੋਈ ਹਿੰਦੁਸਤਾਨ ਦਾ ਹੋਏਗਾ ਉਹਨੂੰ ਕਿੰਨੀ ਤਨਖਾਹ ਮਿਲਦੀ ਹੈ, 2,80,000। 2,80,000 ਰੁਪਏ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਦੀ ਤਨਖਾਹ ਹੁੰਦੀ ਹੈ। ਤੁਸੀਂ ਇਹ ਦੋਨੋਂ ਤਨਖਾਹਾਂ ਯਾਦ ਰੱਖਣੀਆਂ ਹੈ ਕਿ ਰਾਸ਼ਟਰਪਤੀ ਨੂੰ ਕਿੰਨੀ ਤਨਖਾਹ ਮਿਲਦੀ ਹੈ ਤੇ ਪ੍ਰਧਾਨ ਮੰਤਰੀ ਨੂੰ ਕਿੰਨੀ ਤਨਖਾਹ ਮਿਲਦੀ ਹੈ। पेपर दे विच ये क्वेश्चन अक्सर पूछा जाता है तनख्वाह के उपर। तो तनख्वाह किहड़े शेड्यूल दे विच लिखियां गईयां
ਦੂਜੇ ਸ਼ਡਿਊਲ ਦੇ ਵਿੱਚ ਦੂਜੇ ਕਾਰਜਕ੍ਰਮ ਦੇ ਵਿੱਚ ਆਪਾਂ ਤੀਜਾ ਕਾਰਜਕ੍ਰਮ ਪੜਨ ਜਾ ਰਹੇ ਹਾਂ ਜੀ ਸਹੁੰ। ਓਥ ਜਿਹਨੂੰ ਆਪਾਂ ਕਹਿੰਦੇ ਆ, ਆਪਾਂ ਨੂੰ ਬਚਪਨ ਤੋਂ ਓਥ ਦਵਾਈ ਜਾਂਦੀ ਹੈ ਸਕੂਲਾਂ ਦੇ ਵਿੱਚ ਵੀ ਮੈਂ ਸ਼ਪਥ ਲੈਣਾ ਮੈਂ ਸੱਚ ਬੋਲਾਂਗਾ ਸਾਰਾ ਦਿਨ, ਉਹਨੂੰ ਕਹਿੰਦੇ ਆ ਓਥ। ਆਪਾਂ ਦੇਖਦੇ ਹਾਂ ਜਦੋਂ ਵੀ ਕੋਈ ਚੀਫ ਮਿਨਿਸਟਰ ਜਾਂ ਕੋਈ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਪਹਿਲਾਂ ਸਹੁੰ ਚੱਕਦਾ ਹੈ। ਤੇ ਜਿਹੜਾ ਸਹੁੰਾਂ ਦੇ ਬਾਰੇ ਜਿਹੜਾ ਸਭ ਕੁਝ ਲਿਖਿਆ ਗਿਆ ਹੈ ਉਹ ਤੀਜੇ ਕਾਰਜਕ੍ਰਮ ਦੇ ਵਿੱਚ ਲਿਖਿਆ ਗਿਆ ਹੈ। ਤੁਹਾਨੂੰ ਪੇਪਰ ਦੇ ਵਿੱਚ ਪੁੱਛਦਾ ਹੈ ਵੀ ਓਥ ਬਾਰੇ ਸਹੁੰ ਬਾਰੇ ਕਿਹੜੇ ਕਾਰਜਕ੍ਰਮ ਦੇ ਵਿੱਚ ਲਿਖਿਆ ਗਿਆ ਹੈ, ਤਾਂ ਤੁਸੀਂ ਉੱਤਰ ਦੇਣਾ ਹੈ ਤੀਜੇ ਕਾਰਜਕ੍ਰਮ ਦੇ ਵਿੱਚ। ਠੀਕ ਹੈ ਜੀ, ਤਿੰਨੋਂ ਬੜੇ ਸੌਖੇ ਸੀਗੇ ਤੇ ਤਿੰਨੋਂ ਆਪਾਂ ਨੂੰ ਯਾਦ ਹੋ ਜਾਣਗੇ ਆਰਾਮ ਨਾਲ। ਤਾਂ ਆਪਾਂ ਲੈਂਦੇ ਹਾਂ ਫੋਰਥ ਕਾਰਜਕ੍ਰਮ ਜਾਂ ਚੌਥਾ ਕਾਰਜਕ੍ਰਮ। ਚੌਥੇ ਕਾਰਜਕ੍ਰਮ ਦੇ ਵਿੱਚ ਕੀ ਹੈ ਆਪਾਂ ਪੜਿਆ ਸੀਗਾ ਸਾਡੀ ਬਾਈ ਕੈਮਰਲ ਮਤਲਬ ਦੋ ਵਿਧਾਨ ਸਭਾਵਾਂ ਨੇ। ਠੀਕ ਹੈ ਨਾ, ਦੁਵਲੀ ਵਿਧਾਨ ਸਭਾ। ਠੀਕ ਹੈ ਨਾ ਜੀ, ਉਹਦੇ ਵਿੱਚ ਇੱਕ ਤਾਂ ਲੋਕ ਸਭਾ ਹੈ, ਦੂਜੀ ਰਾਜ ਸਭਾ ਹੈ। ਠੀਕ ਹੈ ਜੀ, ਇੱਕ ਲੋਕ ਸਭਾ ਹੈ, ਦੂਜੀ ਰਾਜ ਸਭਾ ਹੈ। ਜਿਹੜੀ ਰਾਜ ਸਭਾ ਹੈ ਨਾ ਉਹਦੇ ਇਲੈਕਸ਼ਨ ਨਹੀਂ ਹੁੰਦੇ, ਜਿਹੜੀ ਲੋਕ ਸਭਾ ਉਹਦੇ ਇਲੈਕਸ਼ਨ ਹੁੰਦੇ ਆ। ਲੋਕ ਸਭਾ ਦੇ ਵਿੱਚ ਜਿਹੜਾ ਕੋਈ ਜਿੱਤਦਾ ਹੈ ਉਹ ਪ੍ਰਧਾਨ ਮੰਤਰੀ ਬਣਦਾ ਹੈ, ਪਰ ਰਾਜ ਸਭਾ ਦਾ ਕੋਈ ਇਲੈਕਸ਼ਨ ਨਹੀਂ ਹੁੰਦਾ। ਰਾਜ ਸਭਾ ਦੇ ਵਿੱਚ ਜ਼ਿਆਦਾਤਰ ਮੈਂਬਰ ਜਿਹੜੇ ਹੈ ਉਹ ਇਨਡਾਇਰੈਕਟਲੀ ਨੋਮੀਨੇਟ ਕੀਤੇ ਜਾਂਦੇ ਆ ਜਾਂ ਤਾਂ ਉਹਨਾਂ ਨੂੰ ਚੁਣਿਆ ਜਾਂਦਾ ਹੈ। ਠੀਕ ਹੈ ਨਾ ਜੀ, ਤਾਂ ਆਪਾਂ ਜਿਹੜੀ ਰਾਜ ਸਭਾ ਦੀ ਜਿਹੜੀ ਸੀਟਾਂ ਹੁੰਦੀਆਂ ਆਪਾਂ ਅੱਗੇ ਪੜਾਂਗੇ ਰਾਜ ਸਭਾ ਦੇ ਬਾਰੇ ਜਦੋਂ ਹੋਰ ਕਲੀਅਰ ਹੋਗਾ। ਬਸ ਤੁਸੀਂ ਇਹ ਯਾਦ ਰੱਖਣਾ ਰਾਜ ਸਭਾ ਜਿਹੜੀ ਸੀਟਾਂ ਹੁੰਦੀਆਂ ਉਹਨਾਂ ਦਾ ਜਿਹੜਾ ਵਰਣਨ ਹੈ, ਰਾਜ ਸਭਾ ਦੀ ਸੀਟਾਂ ਦਾ ਜਿਹੜਾ ਵਰਣਨ ਹੈ ਉਹ ਚੌਥੇ ਕਾਰਜਕ੍ਰਮ ਦੇ ਵਿੱਚ ਕੀਤਾ ਗਿਆ ਹੈ। ਤੇ ਇੱਕ ਸਿੰਪਲ ਜਿਹਾ ਕੁਐਸਚਨ, ਪੰਜਾਬ ਦੇ ਵਿੱਚ ਕਿੰਨੀਆਂ ਰਾਜ ਸਭਾ ਸੀਟਾਂ ਨੇ? 7। ਪੰਜਾਬ ਦੇ ਵਿੱਚ 7 ਰਾਜ ਸਭਾ ਸੀਟਾਂ ਨੇ। ਯਾਦ ਰੱਖਣਾ ਤੁਸੀਂ ਪੰਜਾਬ ਦੇ ਵਿੱਚ ਕਿੰਨੀਆਂ ਰਾਜ ਸਭਾ ਸੀਟਾਂ ਨੇ, ਤਾਂ ਯਾਨੀ ਕਿ ਪੰਜਾਬ ਤੋਂ ਜਿਹੜੇ 7 ਮੈਂਬਰ ਹੈ ਜੋ ਪੰਜਾਬ ਦਾ ਰਿਪਰੈਜ਼ੈਂਟੇਸ਼ਨ ਕਰਦੇ ਆ ਰਾਜ ਸਭਾ ਦੇ ਵਿੱਚ, ਜੋ ਪੰਜਾਬ ਦੀ ਗੱਲ ਰੱਖਦੇ ਆ ਰਾਜ ਸਭਾ ਦੇ ਵਿੱਚ। ਤੇ ਰਾਜ ਸਭਾ ਨੂੰ ਆਪਾਂ ਕੀ ਕਹਿੰਦੇ ਆ? ਅਪਰ ਹਾਊਸ, ਯਾਨੀ ਉੱਪਰਲਾ ਹਾਊਸ ਜਿਹਨੂੰ ਆਪਾਂ ਕਹਿ ਲਈਏ। ਲੋਕ ਸਭਾ ਹੁੰਦਾ ਨੀਵਾਂ ਹਾਊਸ। ਠੀਕ ਹੈ ਜੀ, ਤਾਂ ਰਾਜ ਸਭਾ ਦੀ ਸੀਟਾਂ ਦਾ ਵਰਣਨ ਚੌਥੇ ਸ਼ਡਿਊਲ ਦੇ ਵਿੱਚ ਚੌਥੇ ਕਾਰਜਕ੍ਰਮ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੀਆਂ ਰਾਜ ਸਭਾ ਸੀਟਾਂ ਨੇ? 7। ਠੀਕ ਹੈ ਜੀ, 4 ਸ਼ਡਿਊਲ ਆਪਾਂ ਪੜ੍ਹ ਲਏ, 4 ਕਾਰਜਕ੍ਰਮ ਪੜ੍ਹ ਲਏ ਹੈ। ਪੰਜਵਾਂ ਕਾਰਜਕ੍ਰਮ ਦੇਖਾਂਗੇ ਐਸਸੀ ਅਤੇ ਐਸਟੀ ਖੇਤਰਾਂ ਲਈ। ਜਿਹੜਾ ਪੰਜਵਾਂ ਕਾਰਜਕ੍ਰਮ ਹੈ ਆਪਾਂ ਇੱਕ ਚੀਜ਼ ਸੁਣਦੇ ਆਉਂਦੇ ਆ, ਜੋ ਸਰਕਾਰ ਹੈ ਉਹ ਐਸਸੀ ਲੋਕ ਜਿਹੜੇ ਥੋੜੇ ਬੈਕਵਰਡ ਕਲਾਸ ਹੁੰਦੇ ਆ ਜਾਂ ਐਸਟੀ ਲੋਕ ਹੁੰਦੇ ਆ ਉਹਨਾਂ ਲਈ ਕਾਫੀ ਕੁਝ ਕਰਦੀਆਂ ਹੁੰਦੀਆਂ। ਉਹਨਾਂ ਦੇ ਖੇਤਰਾਂ ਲਈ ਜਿਹੜੇ ਉਹ ਖੇਤਰ ਜਿੱਥੇ ਉਹ ਰਹਿੰਦੇ ਆ ਉਹਨਾਂ ਖੇਤਰਾਂ ਦੇ ਵਿੱਚ ਬਿਜਲੀ ਪਾਣੀ ਵੀ ਆਪਾਂ ਦੇਖਦੇ ਕੁਝ ਹੱਦ ਤੱਕ ਫ੍ਰੀ ਦਿੱਤੀ ਜਾਂਦੀ ਹੈ, ਕਾਫੀ ਕੁਝ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ, ਕਣਕ ਦਿੱਤੀ ਜਾਂਦੀ ਹੈ। ਜਿਹੜੇ ਬੈਕਵਰਡ ਕਲਾਸ ਲੋਕੀ ਹੈ, ਜਿਹੜੇ ਥੋੜੇ ਜਿਹੇ ਅਨਡਿਵੈਲਪਡ ਆਪਾਂ ਕਹਿ ਲਈਏ ਲੋਕੀ ਹੈ ਪਰ ਥੋੜੇ ਵੀਕ ਹੈਗੇ ਆਪਣੇ ਵਰਗੇ ਲੋਕੀ, ਆਪਣੇ ਨਾਲ ਦੇ ਇਕੁਅਲ ਲੋਕੀ ਹੈ, ਪਰ ਜਿਹੜੇ ਥੋੜੇ ਜਿਹੇ ਵੀਕ ਨੇ ਉਹਨਾਂ ਨੂੰ ਸਰਕਾਰ ਮਦਦ ਕਰਦੀ ਹੈ ਉਹਨਾਂ ਦੇ ਖੇਤਰਾਂ ਦੇ ਵਿੱਚ ਜਾ ਕੇ। ਤਾਂ ਉਹਨਾਂ ਬਾਰੇ ਪੰਜਵੇਂ ਕਾਰਜਕ੍ਰਮ ਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ ਗਿਆ ਹੈ ਵੀ ਉਹਨਾਂ ਨੂੰ ਕਿਵੇਂ ਆਪਾਂ ਆਪਣਾ ਵਧੀਆ ਸਟੈਂਡਰਡ ਦੇਣਾ ਲਿਵਿੰਗ ਦਾ, ਵਧੀਆ ਉਹਨਾਂ ਨੂੰ ਹੋਰ ਉੱਚਾ ਲੈ ਕੇ ਜਾਣਾ ਹੈ ਤਾਂ ਕਿ ਜਿਹੜੇ ਲੋਕ ਹੈ ਉਹ ਵੀ ਸਮਾਨਤ ਹੋ ਸਕਣ, ਉਹ ਵੀ ਲੋਕ ਜਿਹੜੇ ਹੈ ਚੰਗੀ ਇਨਕਮ ਕਮਾ ਕੇ ਚੰਗਾ ਰਹਿ ਸਕਣ। ਠੀਕ ਹੈ ਜੀ, ਉਹਦੇ ਬਾਰੇ ਪੰਜਵੇਂ ਕਾਰਜਕ੍ਰਮ ਦੇ ਵਿੱਚ ਲਿਖਿਆ ਗਿਆ ਹੈ। ਆਪਾਂ 5 ਕਾਰਜਕ੍ਰਮ ਪੜ੍ਹ ਲਏ ਹੈ। 6ਵਾਂ ਕਾਰਜਕ੍ਰਮ ਸ਼ੁਰੂ ਕਰਨ ਜਾ ਰਹੇ ਹਾਂ। 6ਵੇਂ ਕਾਰਜਕ੍ਰਮ ਦੇ ਵਿੱਚ ਲਿਖਿਆ ਗਿਆ ਪ੍ਰਬੰਧ ਟ੍ਰਾਈਬਲ ਖੇਤਰਾਂ ਵਾਸਤੇ। ਹੁਣ ਆਪਾਂ ਇੱਕ ਚੀਜ਼ ਸੁਣਦੇ ਹਾਂ, ਕਈ ਟ੍ਰਾਈਬਸ ਹੈ, ਕਈ ਮਤਲਬ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਜਾਤੀਆਂ ਦੇ ਲੋਕ ਰਹਿੰਦੇ ਆ, ਉਹਨਾਂ ਨੂੰ ਟ੍ਰਾਈਬ ਕਹਿੰਦੇ ਆ। ਤੇ ਕਈ ਟ੍ਰਾਈਬਸ ਐਸੀਆਂ ਹੈ ਜਿਹੜੀਆਂ ਥੋੜੀਆਂ ਜਿਹੀਆਂ ਪਿਛੜੀਆਂ ਹੋਈਆਂ, ਜਿਹੜੀਆਂ ਇੰਨੀਆਂ ਡਿਵੈਲਪਡ ਨਹੀਂ ਹੈ। ਠੀਕ ਹੈ ਨਾ ਜੀ, ਤੇ ਉਹਨਾਂ ਟ੍ਰਾਈਬਸ ਲਈ 6ਵੇਂ ਕਾਰਜਕ੍ਰਮ ਦੇ ਵਿੱਚ ਲਿਖਿਆ ਗਿਆ ਹੈ ਜਿਹੜੀਆਂ ਟ੍ਰਾਈਬਸ ਹੈ ਇਹ ਨਾਰਥ ਈਸਟ, ਯਾਨੀ ਕਿ ਜਿਹੜੇ ਇੱਧਰਲੀਆਂ ਸਟੇਟਾਂ ਹੁੰਦੀਆਂ ਨੇ, ਜਿਵੇਂ ਆ ਭਾਰਤ ਦਾ ਨਕਸ਼ਾ ਬਣਾਉਣਾ ਮੈਂ। ਠੀਕ ਹੈ ਜੀ, ਜਿਹੜੀਆਂ ਥੋੜੀ ਇੱਧਰਲੀਆਂ ਸਟੇਟਾਂ ਹੁੰਦੀਆਂ ਨਾ, ਇੱਧਰ ਤਾਂ ਆਪਣੀ ਪੰਜਾਬ ਆ ਗਿਆ, ਜਿਵੇਂ ਇੱਧਰਲੀਆਂ ਥੋੜੀਆਂ ਸਟੇਟਾਂ ਹੁੰਦੀਆਂ ਉਹਨਾਂ ਵਾਸਤੇ ਬਣਾਇਆ ਗਿਆ। ਜਿਹੜੇ ਟ੍ਰਾਈਬਲ ਲੋਕੀ ਜਿਹੜੇ ਰਹਿੰਦੇ ਆ, ਜਿਹੜੇ ਅਲੱਗ-ਅਲੱਗ ਖੇਤਰਾਂ ਦੇ ਲੋਕ ਰਹਿੰਦੇ ਆ, ਜਿਹੜੇ ਅਨਡਿਵੈਲਪਡ ਹੈ, ਉਹਨਾਂ ਵਾਸਤੇ ਬਣਾਇਆ ਗਿਆ। ਤੁਸੀਂ ਬਿਲਕੁਲ ਕੰਫਿਊਜ਼ ਨਹੀਂ ਹੋਣਾ। 5ਵੇਂ ਦੇ ਵਿੱਚ ਐਸਟੀ ਐਸਸੀ ਦੀ ਗੱਲ ਕੀਤੀ ਹੈ, 6ਵੇਂ ਦੇ ਵਿੱਚ ਟ੍ਰਾਈਬਲ ਲੋਕਾਂ ਦੀ ਗੱਲ ਕੀਤੀ ਹੈ। ਦੋਨਾਂ ਵਿੱਚ ਡਿਫਰੈਂਸ ਹੈ। ਪੇਪਰ ਦੇ ਵਿੱਚ ਐਗਜ਼ਾਮੀਨਰ ਕੰਫਿਊਜ਼ ਕਰਦਾ ਆਪਾਂ ਨੂੰ। ਠੀਕ ਹੈ, ਧਿਆਨ ਰੱਖਣਾ ਇਸ ਚੀਜ਼ ਦਾ। 7ਵਾਂ ਕਾਰਜਕ੍ਰਮ 3 ਸੂਚੀਆਂ। ਆਪਾਂ ਇਹ 3 ਸੂਚੀਆਂ ਪਹਿਲਾਂ ਪੜ੍ਹ ਚੁੱਕੇ ਹਾਂ। 3 ਸੂਚੀਆਂ ਕਿਹੜੀਆਂ? ਕੇਂਦਰੀ ਸੂਚੀ, ਠੀਕ ਹੈ ਜੀ, ਦੂਜੀ ਸੀਗੀ ਸਟੇਟ ਸੂਚੀ,
ਸਟੇਟ ਸੂਚੀ ਤੇ ਤੀਜੀ ਸੂਚੀ ਸੀਗੀ ਜਿਹੜੀ ਦੀ ਇਕਸਾਰ ਸੂਚੀ। ਇੱਥੋਂ ਹੀ ਤੁਹਾਨੂੰ ਇੱਕ ਕੁਐਸਚਨ ਪੁੱਛਦਾ ਮੈਂ, ਤੁਸੀਂ ਕਮੈਂਟ ਕਰਕੇ ਦੱਸਣਾ ਹੈ ਇਕਸਾਰ ਸੂਚੀ ਦਾ ਜਿਹੜਾ ਆਈਡੀਆ ਹੈ ਉਹ ਕਿੱਥੋਂ ਦਿੱਤਾ ਗਿਆ ਸੀਗਾ। ਆਪਸ਼ਨ ਦੇ ਦੇਣਾ USA ਤੋਂ, ਆਸਟ੍ਰੇਲੀਆ ਤੋਂ, ਕੈਨੇਡਾ ਤੋਂ। ਤੁਸੀਂ ਮੈਨੂੰ ਕਮੈਂਟ ਕਰਕੇ ਆਨਸਰ ਦੇਣਾ ਇਕਸਾਰ ਸੂਚੀ ਦਾ ਆਈਡੀਆ ਕਿੱਥੋਂ ਦਿੱਤਾ ਗਿਆ ਸੀਗਾ। ਇਹ ਤਿੰਨ ਸੂਚੀਆਂ ਦੇ ਬਾਰੇ ਕਿੱਥੇ ਲਿਖਿਆ ਗਿਆ ਹੈ? 7ਵੇਂ ਕਾਰਜਕ੍ਰਮ ਦੇ ਵਿੱਚ। ਆਪਾਂ ਨੂੰ ਪੁੱਛਦਾ ਹੈ ਤਿੰਨ ਸੂਚੀਆਂ ਬਾਰੇ ਕਿੱਥੇ ਲਿਖਿਆ ਗਿਆ, ਆਪਾਂ ਲਿਖਾਂਗੇ 7ਵਾਂ ਕਾਰਜਕ੍ਰਮ 7th ਸ਼ਡਿਊਲ ਆਫ ਕਨਸਟੀਟਿਊਸ਼ਨ ਦੱਸਦਾ ਹੈ ਵੀ ਸਾਡੇ ਤਿੰਨ ਸੂਚੀਆਂ ਹੋਣਗੀਆਂ। ਕੁਝ ਜਿਹੜੇ ਮੈਟਰ ਨੇ ਉਹ ਕੇਂਦਰ ਕੋਲ ਰਹਿਣਗੇ, ਕੁਝ ਮੈਟਰ ਸਟੇਟ ਕੋਲ ਰਹਿਣਗੇ, ਕੁਝ ਇਕਸਾਰ ਹੋਣਗੇ। ਇਹਦਾ ਆਪਾਂ ਧਿਆਨ ਰੱਖਣਾ, ਆਪਾਂ ਪੜਿਆ ਤੇ ਆਪਾਂ ਭੁੱਲਣਾ ਬਿਲਕੁਲ ਵੀ ਨਹੀਂ ਹੈ। ਤੇ ਮੇਰੇ ਕੁਐਸਚਨ ਦਾ ਆਨਸਰ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ। ਆਪਾਂ ਪੜਨ ਜਾ ਰਹੇ ਹਾਂ 8ਵਾਂ ਕਾਰਜਕ੍ਰਮ 8th ਸ਼ਡਿਊਲ ਆਫ ਕਨਸਟੀਟਿਊਸ਼ਨ। 8th ਸ਼ਡਿਊਲ ਬਾਰੇ ਕਾਫੀ ਬੱਚਿਆਂ ਨੂੰ ਪਤਾ ਵੀ ਹੋਊਗਾ। ਆਪਾਂ ਜਦੋਂ ਪੜ੍ਹਦੇ ਆ ਪੰਜਾਬੀ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਹੁੰਦਾ ਹੈ ਵੀ ਜਿਹੜੀ 8ਵਾਂ ਸ਼ਡਿਊਲ ਹੈ ਉਹਦੇ ਵਿੱਚ ਭਾਸ਼ਾਵਾਂ ਦੀ ਗੱਲ ਕੀਤੀ ਹੈ ਕਿ ਹਿੰਦੁਸਤਾਨ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਹਨ, ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਬੋਲੀਆਂ ਤਾਂ ਕਾਫੀ ਜਾਂਦੀਆਂ ਹਨ, ਕਿਹੜੀਆਂ ਭਾਸ਼ਾਵਾਂ ਸਰਕਾਰ ਵੱਲੋਂ ਰਿਕੋਗਨਾਈਜ਼ ਕੀਤੀਆਂ ਗਈਆਂ ਹਨ। ਠੀਕ ਹੈ ਜੀ। ਤਾਂ 8ਵਾਂ ਕਾਰਜਕ੍ਰਮ 8ਵਾਂ ਸ਼ਡਿਊਲ ਗੱਲ ਕਰਦਾ ਭਾਸ਼ਾ ਦੀ, ਲੈਂਗੁਏਜ ਦੀ ਤੇ 22 ਭਾਸ਼ਾਵਾਂ 22 ਲੈਂਗੁਏਜਸ ਜਿਹੜੀਆਂ ਉਹ ਸਰਕਾਰ ਵੱਲੋਂ ਲਿੱਤੀਆਂ ਗਈਆਂ ਹਨ। ਜਿਹੜੀਆਂ 22 ਲੈਂਗੁਏਜਸ ਹੈ ਇਹਨਾਂ ਨੂੰ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ। ਤੇ ਆਪਾਂ ਯਾਦ ਰੱਖਣਾ ਹੈ ਜਿਹੜਾ ਆਪਣਾ ਨੋਟ ਹੁੰਦਾ ਹੈ ਕੋਈ 10 ਰੁਪਏ ਦਾ, ਕੋਈ 15 ਰੁਪਏ ਦਾ, ਕੋਈ 50 ਰੁਪਏ ਦਾ, ਉਹਦੇ ਵਿੱਚ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਲਿਖਿਆ ਹੁੰਦਾ ਵੀ 1 ਰੁਪਏ ਦਾ ਨੋਟ ਹੈ, ਕਿੰਨੀਆਂ ਭਾਸ਼ਾਵਾਂ ਦੇ ਵਿੱਚ ਲਿਖਿਆ ਹੁੰਦਾ, ਪੇਪਰ ਦੇ ਵਿੱਚ ਪੁੱਛ ਲੈਂਦਾ ਵੀ। ਤਾਂ 15 ਭਾਸ਼ਾਵਾਂ ਦੇ ਵਿੱਚ ਲਿਖਿਆ ਹੁੰਦਾ ਹੈ ਨੋਟ ਦੇ ਪਿੱਛੇ। 15 ਭਾਸ਼ਾਵਾਂ ਦੇ ਵਿੱਚ ਲਿਖਿਆ ਹੁੰਦਾ ਹੈ ਅਲੱਗ-ਅਲੱਗ ਤਰੀਕੇ ਨਾਲ ਵੀ ਇਹ ਕਿੰਨੇ ਰੁਪਏ ਦਾ ਨੋਟ ਹੈ। ਇਹ ਵੀ ਯਾਦ ਰੱਖਣਾ ਤੁਸੀਂ। ਤੇ ਕਿੰਨੀਆਂ ਭਾਸ਼ਾਵਾਂ ਜਿਹੜੀਆਂ ਦੇਸ਼ ਨੇ ਲਿਖੀਆਂ ਹੋਈਆਂ 8ਵੇਂ ਸ਼ਡਿਊਲ ਦੇ ਵਿੱਚ? ਤਾਂ 22 ਭਾਸ਼ਾਵਾਂ। ਆਪਾਂ 9ਵਾਂ ਕਰ ਰਹੇ ਹਾਂ 9ਵਾਂ ਕਾਰਜਕ੍ਰਮ। 9ਵੇਂ ਕਾਰਜਕ੍ਰਮ ਦੇ ਵਿੱਚ ਪਹਿਲਾ ਸੋਧ। ਦੇਖੋ ਆਪਾਂ ਇੰਨਾ ਕੁ ਪੜਿਆ ਸੀ, 8 ਕਾਰਜਕ੍ਰਮ ਪਹਿਲਾਂ ਹੀ ਸੀਗੇ, ਸ਼ਡਿਊਲ 8 ਪਹਿਲਾਂ ਹੀ ਸੀਗੇ। ਆਪਾਂ ਇਹ 8 ਦੇ 8 ਪੜ੍ਹ ਲਏ ਜੋ ਪਹਿਲਾਂ ਬਣੇ ਸੀਗੇ। ਉਸ ਤੋਂ ਬਾਅਦ 4 ਜਿਹੜੇ ਆ ਉਹ ਐਡ ਕੀਤੇ ਗਏ ਸੀਗੇ ਕਿਤੇ ਰਾਹੀਂ, ਸੋਧਾਂ ਰਾਹੀਂ, ਅਮੈਂਡਮੈਂਟ ਰਾਹੀਂ। 4 ਜਿਹੜੇ ਆ ਅਮੈਂਡਮੈਂਟ ਰਾਹੀਂ ਐਡ ਕੀਤੇ ਗਏ ਸੀਗੇ। ਤਾਂ ਆਪਾਂ ਪਹਿਲਾਂ ਪੜ੍ਹ ਰਹੇ ਹਾਂ ਜਿਹੜਾ 9ਵਾਂ ਹੈ ਉਹ ਐਡ ਕੀਤਾ ਗਿਆ ਸੀਗਾ। 9ਵਾਂ ਕਾਰਜਕ੍ਰਮ ਦਾ ਜਿਹੜਾ ਸੀਗਾ ਉਹ ਪਹਿਲਾ ਸੋਧ ਸੀਗਾ, ਪਹਿਲਾ ਸੋਧ। ਪੇਪਰ ਦੇ ਵਿੱਚ ਇੱਕ ਚੀਜ਼ ਪੁੱਛਦਾ ਹੈ ਵੀ ਹਿੰਦੁਸਤਾਨ ਦੇ ਵਿੱਚ ਪਹਿਲਾ ਸੋਧ, ਪਹਿਲੀ ਅਮੈਂਡਮੈਂਟ ਕਦੋਂ ਕੀਤੀ ਗਈ ਸੀਗੀ? ਤਾਂ 1951 ਦੇ ਵਿੱਚ ਪਹਿਲੀ ਅਮੈਂਡਮੈਂਟ ਜਾਂ ਪਹਿਲਾ ਸੋਧ 1951 ਦੇ ਵਿੱਚ ਕੀਤਾ ਗਿਆ ਸੀਗਾ। ਇਸ ਦੇ ਵਿੱਚ ਕੀਤਾ ਕੀ ਗਿਆ ਸੀਗਾ? ਜਿਹੜਾ ਜ਼ਮੀਨਦਾਰੀ ਸਿਸਟਮ ਚੱਲਦਾ ਆਂਦਾ ਸੀਗਾ ਵੀ ਜ਼ਮੀਨਦਾਰਾਂ ਦਾ ਜਿਹੜਾ ਸਿਸਟਮ ਚੱਲਦਾ ਸੀਗਾ ਨਾ ਉਹਨੂੰ ਅਬੋਲਿਸ਼ ਯਾਨੀ ਕਿ ਉਹਨੂੰ ਖਤਮ ਕਰਤਾ ਸੀਗਾ। ਜ਼ਮੀਨਦਾਰੀ ਸਿਸਟਮ ਨੂੰ ਖਤਮ ਕਰਕੇ ਲੈਂਡ ਰਿਫਾਰਮਸ ਲੈ ਕੇ ਆਏ ਸੀਗੇ ਤਾਂ ਕਿ ਲੈਂਡ ਜਿਹੜੀ ਹੈ ਉਹਦੇ ਵਿੱਚ ਨਵਾਂ ਲੋਕ ਐਂਟਰ ਕਰ ਸਕਣ। ਜਿਹੜਾ ਜ਼ਮੀਨਦਾਰੀ ਸਿਸਟਮ ਹੈ ਉਹਨੂੰ ਖਤਮ ਕੀਤਾ ਸੀਗਾ। ਪਹਿਲਾ ਸੋਧ ਜ਼ਮੀਨਦਾਰੀ ਸਿਸਟਮ ਨੂੰ ਖਤਮ ਕਰਕੇ ਲੈਂਡ ਰਿਫਾਰਮ ਦੀ ਗੱਲ ਕਰਦਾ ਹੈ। ਤੇ ਪਹਿਲਾ ਸੋਧ ਕੀਤਾ ਕਦੋਂ ਗਿਆ ਸੀਗਾ? 1951 ਦੇ ਵਿੱਚ। ਪੇਪਰ ਦੇ ਵਿੱਚ ਇਹ ਕੁਐਸਚਨ ਬਣਦਾ ਹੀ ਬਣਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ 10ਵਾਂ ਕਾਰਜਕ੍ਰਮ। 10ਵਾਂ ਕਾਰਜਕ੍ਰਮ ਕੀ ਸੀਗਾ? ਆਪਾਂ ਦੇਖਦੇ ਹਾਂ ਕੋਈ ਜਿਹੜਾ ਨੇਤਾ ਹੁੰਦਾ ਉਹ ਇੱਕ ਪਾਰਟੀ ਤੋਂ ਜਿੱਤ ਗਿਆ, ਠੀਕ ਹੈ ਨਾ ਜੀ, ਉਹ ਆਪਣੀ ਸੀਟ ਜਿੱਤ ਚੁੱਕਾ ਹੈ ਪਰ ਜਿਹੜੀ ਉਹ ਹੈ ਮਤਲਬ ਪਾਰਟੀ ਹੈ ਉਹ ਹਾਰ ਗਈ। ਠੀਕ ਹੈ ਜੀ, ਨੇਤਾ ਜਿੱਤ ਗਿਆ ਪਰ ਪਾਰਟੀ ਹਾਰ ਗਈ। ਇਹਦੇ ਨਾਲ ਕੀ ਹੁੰਦਾ ਹੈ? ਪਹਿਲਾਂ ਕੀ ਹੁੰਦਾ ਜਦੋਂ ਇਹ ਲਾਅ ਨਹੀਂ ਸੀਗਾ, ਠੀਕ ਹੈ, ਉਸ ਤੋਂ ਪਹਿਲਾਂ ਕੀ ਹੁੰਦਾ ਸੀ ਲੋਕ ਆਪਣੀ ਪਾਰਟੀਆਂ ਚੇਂਜ ਕਰ ਲੈਂਦੇ ਸੀਗੇ। ਆਪਾਂ ਇੱਕ ਚੀਜ਼ ਸੁਣਦੇ ਆ ਰਹੇ ਲੋਕ ਪਾਰਟੀ, ਮੈਂ ਜਿੱਤ ਗਿਆ ਮੈਂ ਪਾਰਟੀ ਬਦਲ ਲਾਂਗਾ, ਜਿਹੜੀ ਪਾਰਟੀ ਜਿੱਤੀ ਹੈ ਉਹਦੇ ਨਾਲ ਹੱਥ ਮਿਲਾ ਲਾਂਗਾ। ਤੇ ਇਹਦੇ ਨਾਲ ਕੀ ਹੁੰਦਾ ਸੀਗਾ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ ਦੇ ਵਿੱਚ ਕਾਫੀ ਦਿੱਕਤ ਆਉਂਦੀ ਸੀਗੀ। ਤਾਂ ਇਹ ਰੋਕੂ ਕਾਨੂੰਨ ਮਤਲਬ ਐਂਟੀ ਡਿਫੈਕਸ਼ਨ ਲਾਅ ਵੀ ਧੋਖਾ ਨਾ ਦੇ ਸਕੇ। ਜੇ ਕੋਈ ਕਿਸੇ ਪਾਰਟੀ ਤੋਂ ਜਿੱਤਿਆ ਤਾਂ ਉਸੇ ਪਾਰਟੀ ਦੇ ਵਿੱਚ ਹੀ ਰਹੂਗਾ। ਜੇ ਆਪਣੀ ਪਾਰਟੀ ਛੱਡ ਕੇ ਕਿਸੇ ਪਾਰਟੀ ਦੇ ਵਿੱਚ ਜਾਂਦਾ ਹੈ ਤਾਂ ਜਿਹੜੀ ਉਹਦੀ ਸੀਟ ਹੈ ਜਿਹੜੀ ਉਹ ਜਿੱਤਿਆ ਉਹ ਸੀਟ ਅਵੈਧ ਘੋਸ਼ਿਤ ਕਰ ਦਿੱਤੀ ਜਾਂਦੀ ਹੈ। ਮਤਲਬ ਉਹ ਸੀਟ ਦੀ ਕੋਈ ਵੈਲਿਊ ਹੀ ਨਹੀਂ ਰਹਿੰਦੀ। ਇਹਨੂੰ ਆਪਾਂ ਕਹਿੰਦੇ ਆ ਐਂਟੀ ਡਿਫੈਕਸ਼ਨ ਲਾਅ, ਰੋਕੂ ਕਾਨੂੰਨ। ਤੇ ਰੋਕੂ ਕਾਨੂੰਨ 52ਵੇਂ ਸੋਧ ਤੋਂ 52nd ਜਿਹੜਾ ਸੋਧ ਸੀਗਾ ਨਾ ਉਸ ਤੋਂ ਐਡ ਕੀਤਾ ਗਿਆ ਸੀਗਾ। ਜਿਹੜਾ 10ਵੇਂ ਸ਼ਡਿਊਲ ਦੇ ਵਿੱਚ ਹੈ, 10ਵੇਂ ਕਾਰਜਕ੍ਰਮ ਦੇ ਵਿੱਚ 52ਵਾਂ ਸੋਧ ਰੋਕੂ ਕਾਨੂੰਨ
ਐਡ ਕੀਤਾ ਗਿਆ ਸੀਗਾ ਤਾਂ ਕਿ ਜੋ ਇਲੈਕਸ਼ਨਾਂ ਵਿੱਚ ਲੋਕੀ ਜਿੱਤਦੇ ਆ ਉਹ ਆਪਣੀ ਪਾਰਟੀਆਂ ਨਾ ਬਦਲ ਸਕਣ। ਇਹਦੇ ਨਾਲ ਕੀ ਹੈ, ਲੋਕਾਂ ਦਾ ਜਿਹੜਾ ਹੈ ਉਹ ਕਾਫੀ ਫਾਇਦਾ ਹੋਇਆ। ਤੇ ਉਸ ਤੋਂ ਬਾਅਦ ਇਸ ਲਾਅ ਦੀ ਕਾਫੀ ਉਸ ਟਾਈਮ ਮੰਗ ਸੀਗੀ, ਤਾਂ 52ਵੇਂ ਸੋਧ ਕਰਕੇ ਇਸ ਨੂੰ ਐਡ ਕੀਤਾ ਗਿਆ ਸੰਵਿਧਾਨ ਦੇ ਵਿੱਚ ਤੇ 10ਵੇਂ ਕਾਰਜਕ੍ਰਮ ਦੇ ਵਿੱਚ। ਸਾਨੂੰ ਸਿੱਧਾ ਕੁਐਸਚਨ ਪੁੱਛਦਾ ਹੈ ਰੋਕੂ ਕਾਨੂੰਨ ਜਾਂ ਐਂਟੀ ਡਿਫੈਕਸ਼ਨ ਲਾਅ ਕਿਹੜੇ ਕਾਰਜਕ੍ਰਮ ਦੇ ਵਿੱਚ ਹੈ, ਤਾਂ 10ਵੇਂ ਕਾਰਜਕ੍ਰਮ ਦੇ ਵਿੱਚ ਹੈ। ਤੇ ਕਿਵੇਂ ਐਡ ਕੀਤਾ ਗਿਆ ਸੀ, ਤਾਂ 52ਵੇਂ ਸੋਧ ਰਾਹੀਂ ਐਡ ਕੀਤਾ ਗਿਆ ਸੀਗਾ। ਅਗਲਾ ਪੜਨ ਜਾ ਰਹੇ ਹਾਂ 11ਵਾਂ ਕਾਰਜਕ੍ਰਮ 73ਵੇਂ ਸੋਧ ਰਾਹੀਂ 11ਵਾਂ ਕਾਰਜਕ੍ਰਮ ਐਡ ਕੀਤਾ ਗਿਆ। ਆਪਾਂ ਸੁਣਦੇ ਹਾਂ ਪੰਚਾਇਤਾਂ ਬਾਰੇ, ਇਹ ਤਾਂ ਆਪਣੇ ਨਾਲ ਰਿਲੇਟਡ ਹੈ। ਪੰਚਾਇਤ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਹੁੰਦੀ ਹੈ ਉਹ 11ਵੇਂ ਕਾਰਜਕ੍ਰਮ ਦੇ ਵਿੱਚ ਹੈ। 11ਵੇਂ ਕਾਰਜਕ੍ਰਮ ਯਾਨੀ ਕਿ 11ਵੇਂ ਸ਼ਡਿਊਲ ਦੇ ਵਿੱਚ ਐਡ ਕੀਤੀ ਗਈ ਸੀਗੀ 73ਵੇਂ ਸੋਧ ਰਾਹੀਂ। ਤੁਸੀਂ ਯਾਦ ਰੱਖਣਾ ਕਿਹੜੇ ਸੋਧ ਰਾਹੀਂ, 73ਵੇਂ ਸੋਧ ਰਾਹੀਂ ਪੰਚਾਇਤ ਸਿਸਟਮ ਐਡ ਕੀਤਾ ਗਿਆ ਸੀਗਾ। ਜਿਹੜੇ ਪੰਚਾਇਤਾਂ ਹੋਣੀ ਚਾਹੀਦੀਆਂ ਹਰ ਪਿੰਡ ਦੇ ਵਿੱਚ, ਉਹ ਕਿਹੜੇ ਸੋਧ ਰਾਹੀਂ, 73ਵੇਂ ਸੋਧ ਰਾਹੀਂ ਤੇ 11ਵੇਂ ਕਾਰਜਕ੍ਰਮ ਦੇ ਵਿੱਚ ਐਡ ਕੀਤੀਆਂ ਗਈਆਂ ਸੀ। ਇਹ ਤਾਂ ਆਪਣੇ ਰਿਲੇਟਡ ਹੈ, ਆਪਾਂ ਨੂੰ ਯਾਦ ਹੋ ਹੀ ਜਾਏਗਾ। ਠੀਕ ਹੈ ਜੀ, ਜਿਹੜੀ ਪੰਚਾਇਤ ਆ ਉਹ ਪਿੰਡਾਂ ਦੇ ਵਿੱਚ 73ਵੇਂ ਸੋਧ ਰਾਹੀਂ 11ਵੇਂ ਕਾਰਜਕ੍ਰਮ ਦੇ ਵਿੱਚ ਐਡ ਕੀਤੀ ਗਈ ਸੀਗੀ। ਇਸ ਤੋਂ ਬਾਅਦ ਆਨੇ ਆ ਹੁਣ ਪਿੰਡਾਂ ਲਈ ਤਾਂ ਪੰਚਾਇਤਾਂ ਐਡ ਕਰਤੀਆਂ ਉਹਨਾਂ ਨੇ, ਸ਼ਹਿਰਾਂ ਲਈ ਵੀ ਕੁਝ ਕਰਨਾ ਪਊਗਾ। 12ਵਾਂ ਸੋਧ ਆ ਜੀ, ਜਿਹੜਾ 12ਵਾਂ ਕਾਰਜਕ੍ਰਮ ਆ ਜੋ 12ਵਾਂ ਕਾਰਜਕ੍ਰਮ ਦੇ ਵਿੱਚ 74ਵਾਂ ਸੋਧ, ਇੱਧਰ 73ਵਾਂ ਸੋਧ ਸੀਗਾ, ਇੱਧਰ 74ਵਾਂ ਸੋਧ ਹੈ। 74ਵੀਂ ਅਮੈਂਡਮੈਂਟ ਹੈ, ਇੱਥੇ 73ਵੀਂ ਅਮੈਂਡਮੈਂਟ ਹੈ, ਕੰਫਿਊਜ਼ ਨਹੀਂ ਹੋਣਾ। ਤਾਂ 74ਵੇਂ ਸੋਧ ਰਾਹੀਂ ਨਗਰ ਨਿਗਮ ਮੁਨਸਿਪਲ ਕਾਰਪੋਰੇਸ਼ਨ, ਜੇ ਪਿੰਡ ਦੀ ਪੰਚਾਇਤ ਤਾਂ ਸ਼ਹਿਰ ਦੇ ਵਿੱਚ ਮੁਨਸਿਪਲ ਕਾਰਪੋਰੇਸ਼ਨ ਜਾਂ ਨਗਰ ਨਿਗਮ ਦਾ ਨਿਰਮਾਣ ਦੀ ਗੱਲ ਕੀਤੀ ਗਈ ਸੀਗੀ। ਤਾਂ ਇਹ 12ਵਾਂ ਕਾਰਜਕ੍ਰਮ ਸੀਗਾ ਜਿਹਦੇ ਵਿੱਚ 74ਵਾਂ ਸੋਧ ਕਰਕੇ ਮੁਨਸਿਪਲ ਕਾਰਪੋਰੇਸ਼ਨ ਜਾਂ ਨਗਰ ਨਿਗਮ ਦਾ ਨਿਰਮਾਣ ਕੀਤਾ ਗਿਆ ਸੀਗਾ। ਤਾਂ ਆਪਾਂ ਇਹ 12 ਸੋਧ ਪੜੇ, 12 ਦੇ 12 ਸੋਧ ਮੈਨੂੰ ਲੱਗਦਾ ਤੁਹਾਡੇ ਸਮਝ ਦੇ ਵਿੱਚ ਆ ਗਏ ਹੋਣੇ। ਇਹ 12 ਸੋਧ ਬਹੁਤ ਸੌਖੇ ਨੇ ਤੇ ਆਪਾਂ ਇਹਨਾਂ ਨੂੰ ਇੱਕ ਵਾਰੀ ਇਹ ਕਾਪੀ ਦੇ ਵਿੱਚ ਲਿਖ ਲਵਾਂਗੇ ਤਾਂ ਯਾਦ ਬਹੁਤ ਆਸਾਨੀ ਨਾਲ ਹੋ ਜਾਣਗੇ। ਇਹ 12 ਸੋਧਾਂ ਦੇ ਵਿੱਚੋਂ ਜਿਹੜੇ ਮੇਨ ਸੋਧ ਨੇ ਉਹਨਾਂ ਦੇ ਮੈਂ ਤੁਹਾਨੂੰ ਦੱਸ ਦੇਣਾ ਮੇਨ ਕੀ ਜਿਹੜੇ ਕੁਐਸਚਨ ਹਮੇਸ਼ਾ ਪੁੱਛੇ ਜਾਂਦੇ ਨੇ। ਇੱਕ ਤਾਂ 8ਵਾਂ ਸੋਧ 22 ਭਾਸ਼ਾਵਾਂ ਦਾ, ਇੱਕ 7ਵਾਂ ਸੋਧ 7ਵਾਂ ਕਾਰਜਕ੍ਰਮ, ਇੱਕ 8ਵਾਂ ਕਾਰਜਕ੍ਰਮ, ਇੱਕ 7ਵਾਂ ਕਾਰਜਕ੍ਰਮ ਜਿਹਦੇ ਵਿੱਚ 3 ਸੂਚੀਆਂ ਦੀ ਗੱਲ ਕੀਤੀ ਹੈ। 7ਵੇਂ ਕਾਰਜਕ੍ਰਮ ਦੇ ਵਿੱਚ 8ਵੇਂ ਕਾਰਜਕ੍ਰਮ ਦੇ ਵਿੱਚ ਭਾਸ਼ਾਵਾਂ ਦੀ ਗੱਲ ਕੀਤੀ ਹੈ। ਠੀਕ ਹੈ ਜੀ, ਇੱਕ 10ਵਾਂ ਕਾਰਜਕ੍ਰਮ ਜਿਹਦੇ ਵਿੱਚ ਰੋਕੂ ਕਾਨੂੰਨ ਦੀ ਗੱਲ ਕੀਤੀ ਹੈ, ਪੇਪਰ ਦੇ ਵਿੱਚ ਅਕਸਰ ਆ ਜਾਂਦਾ ਹੈ ਕੁਐਸਚਨ। ਤੇ 11ਵਾਂ ਕਾਰਜਕ੍ਰਮ ਤੇ 12ਵਾਂ ਕਾਰਜਕ੍ਰਮ। ਠੀਕ ਹੈ ਜੀ, ਇਹ ਕੁਝ ਬਹੁਤ ਇੰਪੋਰਟੈਂਟ ਹੈ। ਉਹ ਵੈਸੇ ਤਾਂ ਇੰਪੋਰਟੈਂਟ ਸਾਰੇ ਹੀ ਹੈ ਪਰ ਇਹ ਕੁਝ ਬਾਰ-ਬਾਰ ਰਿਪੀਟ ਹੋਣ ਵਾਲੇ ਕੁਐਸਚਨ ਹੈ, ਤਾਂ ਆਪਾਂ ਇਹ ਤਾਂ ਬਿਲਕੁਲ ਰੱਟ ਲੈਣੇ ਆ। 7ਵਾਂ 8ਵਾਂ 10ਵਾਂ 11ਵਾਂ ਤੇ 12ਵਾਂ ਬਿਲਕੁਲ ਆਪਣੀ ਜ਼ੁਬਾਨ ਤੇ ਟਿਪਸ ਦੇ ਵਿੱਚ ਹੋਣੇ ਚਾਹੀਦੇ ਨੇ। ਤੇ ਰਾਜ ਸਭਾ ਦੀ ਪੰਜਾਬ 'ਚ ਕਿੰਨੀਆਂ ਸੀਟਾਂ ਹੈ? 7 ਸੀਟਾਂ ਹੈ। ਤੇ ਕਿੰਨੀਆਂ ਸੂਚੀਆਂ? 3 ਸੂਚੀਆਂ। ਠੀਕ ਹੈ ਜੀ, ਇਹ ਸਭ ਕੁਝ ਆਪਾਂ ਯਾਦ ਕਰਨਾ ਹੈ। ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆਇਆ ਹੋਊਗਾ। ਹੁਣ ਮੈਂ ਕੋਸ਼ਿਸ਼ ਕਰਾਂਗਾ ਥੋੜਾ ਜਿਹਾ ਅੱਗੇ ਕਰਵਾ ਕੇ ਫਿਰ MCQs ਲਈਏ ਆਪਾਂ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ MCQs ਦੀ। ਮੈਂ ਕੁਐਸਚਨ ਲਿੱਤੇ ਆ, ਉਸ ਤੋਂ ਬਾਅਦ ਮੈਂ ਤੁਹਾਨੂੰ 2-3 ਕੁਐਸਚਨ ਹੋਮਵਰਕ ਦੇ ਪੁੱਛਾਂਗਾ ਜਿਹੜੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣੇ ਨੇ। ਠੀਕ ਹੈ ਜੀ, ਪਹਿਲਾ ਕੁਐਸਚਨ ਹੈਗਾ 10ਵਾਂ ਕਾਰਜਕ੍ਰਮ ਕਿਹੜੇ ਸੋਧ ਰਾਹੀਂ ਸ਼ਾਮਿਲ ਕੀਤਾ ਗਿਆ? 51th ਸੋਧ, 52nd ਕਿ 53rd? ਤੁਸੀਂ ਪੌਜ਼ ਕਰਕੇ ਅਟੈਂਪਟ ਕਰਨਾ ਕੁਐਸਚਨ ਨੂੰ। ਮੈਂ ਆਨਸਰ ਦੱਸ ਰਿਹਾ 52nd ਸੋਧ। 52ਵੇਂ ਸੋਧ ਰਾਹੀਂ 10ਵਾਂ ਕਾਰਜਕ੍ਰਮ ਜਿਹੜਾ ਕਾਨੂੰਨ ਐਡ ਕੀਤਾ ਗਿਆ ਸੀਗਾ ਉਹਦਾ ਨਾਮ ਸੀ ਐਂਟੀ ਡਿਫੈਕਸ਼ਨ ਲਾਅ। ਦੂਜਾ, ਭਾਸ਼ਾਵਾਂ ਦੀ ਗੱਲ ਕਿਹੜੇ ਕਾਰਜਕ੍ਰਮ ਵਿੱਚ ਕੀਤੀ ਗਈ ਹੈ? ਠੀਕ ਹੈ ਜੀ, ਤਾਂ ਕਿਹੜੇ ਕਾਰਜਕ੍ਰਮ ਦੇ ਵਿੱਚ ਕੀਤੀ ਗਈ ਹੈ? 8ਵੇਂ ਕਾਰਜਕ੍ਰਮ ਦੇ ਵਿੱਚ। ਕਿੰਨੀਆਂ ਭਾਸ਼ਾਵਾਂ? 22 ਭਾਸ਼ਾਵਾਂ। ਠੀਕ ਹੈ ਜੀ, ਪੰਜਾਬ ਵਿੱਚ ਕਿੰਨੀਆਂ ਰਾਜ ਸਭਾ ਸੀਟਾਂ ਹਨ? ਪੰਜਾਬ ਦੇ ਵਿੱਚ ਕਿੰਨੀਆਂ ਰਾਜ ਸਭਾ ਸੀਟਾਂ ਨੇ? 7 ਸੀਟਾਂ ਨੇ। ਠੀਕ ਹੈ ਜੀ, ਯਾਨੀ ਕਿ ਸਾਡੇ 7 ਬੰਦੇ ਪੰਜਾਬ ਦੇ ਰਾਜ ਸਭਾ ਦੇ ਵਿੱਚ ਬਹਿੰਦੇ ਨੇ। ਚੌਥਾ ਕੁਐਸਚਨ
11ਵਾਂ ਕਾਰਜਕ੍ਰਮ ਕਿਸ ਦੀ ਗੱਲ ਕਰਦਾ ਹੈ? ਨਗਰ ਨਿਗਮ ਦੀ ਜਾਂ ਪੰਚਾਇਤ ਦੀ? ਤਾਂ ਇਹ ਧਿਆਨ ਰੱਖਣਾ 11ਵਾਂ ਪੰਚਾਇਤ ਦੀ ਗੱਲ ਕਰਦਾ ਹੈ ਤੇ 12ਵਾਂ ਜਿਹੜਾ ਨਗਰ ਨਿਗਮ ਦੀ ਗੱਲ ਕਰਦਾ ਹੈ। ਇਹ ਕਾਰਜਕ੍ਰਮ ਵਿੱਚ ਬਿਲਕੁਲ ਨਹੀਂ ਉੱਜਣਾ ਆਪਾਂ। ਤੇ ਪੰਚਾਇਤ ਪਿੰਡਾਂ ਲਈ, ਨਗਰ ਨਿਗਮ ਸ਼ਹਿਰਾਂ ਲਈ। ਪੰਜਵਾਂ ਕੁਐਸਚਨ, ਸੰਵਿਧਾਨ ਵਿੱਚ ਪਹਿਲਾ ਸੋਧ ਕਦੋਂ ਕੀਤਾ ਗਿਆ? ਪਹਿਲਾ ਸੋਧ ਕਦੋਂ ਕੀਤਾ ਗਿਆ ਸੀਗਾ? 1950 ਚ, 51 ਚ ਕਿ 52 ਚ? ਪੇਪਰ ਦੇ ਕੁਐਸਚਨ ਅਕਸਰ ਆ ਜਾਂਦਾ ਹੁੰਦਾ ਹੈ। ਤਾਂ 1951 ਦੇ ਵਿੱਚ 1951 ਦੇ ਵਿੱਚ ਪਹਿਲਾ ਸੋਧ ਕੀਤਾ ਗਿਆ ਸੀਗਾ। ਹੁਣ ਤੁਹਾਡੇ ਤੋਂ ਮੈਂ 2-3 ਕੁਐਸਚਨ ਜਿਹੜੇ ਹੋਮਵਰਕ ਵਾਲੇ ਪੁੱਛਦਾ, ਜਿਹੜੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣੇ ਨੇ। ਠੀਕ ਹੈ ਜੀ, ਮੈਂ ਪੁੱਛ ਰਿਹਾ ਕੁਐਸਚਨ। ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਕਿਸ ਅਸੈਂਬਲੀ ਨੇ ਬਣਾਇਆ ਸੀਗਾ? ਠੀਕ ਹੈ ਜੀ। ਹਾਂਜੀ, ਮੈਂ 2 ਕੁਐਸਚਨ ਪੁੱਛ ਰਿਹਾ। ਠੀਕ ਹੈ ਜੀ, ਭਾਰਤ ਦੇ ਪਹਿਲੇ ਰਾਸ਼ਟਰਪਤੀ ਦਾ ਨਾਮ ਦੱਸੋ। ਠੀਕ ਹੈ ਜੀ। ਉਸ ਤੋਂ ਬਾਅਦ ਦੂਜਾ, ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਕਿਸ ਅਸੈਂਬਲੀ ਨੇ ਬਣਾਇਆ ਸੀਗਾ? ਕਿਹੜੀ ਅਸੈਂਬਲੀ ਸੀ? ਅਸੈਂਬਲੀ ਦਾ ਨਾਮ ਦੱਸੋ ਮੈਨੂੰ, ਤੇ ਅਸੈਂਬਲੀ ਦੇ ਮੈਂਬਰ ਵੀ ਦੱਸ ਦਿਓ। ਠੀਕ ਹੈ ਜੀ। ਰਾਸ਼ਟਰਪਤੀ ਪਹਿਲਾ ਤੇ ਅਸੈਂਬਲੀ ਦਾ ਨਾਮ ਤੇ ਮੈਂਬਰ, ਦੋਵੇਂ ਚੀਜ਼ਾਂ ਤੁਸੀਂ ਮੈਨੂੰ ਦੱਸਣੀਆਂ ਹੈ। ਇਹ ਆਪਣਾ ਤੀਜਾ ਸੈਸ਼ਨ ਪੋਲਿਟੀ ਦਾ ਖਤਮ ਹੋ ਚੁੱਕਾ ਹੈ। ਥੈਂਕ ਯੂ।